ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਤੇਰਾ ਜਾਣੈ ਰਾਮ ਨਾਮ ਰੰਗ ਜਾਗਾ। ਆਲਸ ਸੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ੇ ਹੋਏ ਇਸ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਆਪਣੇ ਦਰਸ਼ਨ ਕਰਦੇ ਹਾਂ, ਹਾਜ਼ਰੀਆਂ ਭਰਦੇ ਹਾਂ। ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤੇ ਨੇ। ਹੁਣ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ
उस हरि दे मंदिर रब दे घरों जिहड़ी आवाज़ आई, बुढ़ा साहिब खोलो ग्रंथ, लेहो आवाज़, सुने सब पंथ, पावन श्री मुख वाक दी विचार सरवण करन वास्ते आपां हाजरियां भर रहे हाँ। देशां विदेशां दी संगत इस कल युग दा ये जिहड़ा करामाती रूप है कि दुनिया दे हर कोने विच बैठा जिहड़ा जगियासू सिख है वो जुड़ चुके है। जदों इत्थों हाजरी भर के उठीदा है, पता नहीं हुंदा किहड़े किहड़े मुल्क तो कौन कौन टीवी दी फोटो खिंच के स्क्रीन शॉट लैके यूट्यूब दे वो तुहानूं भेजदा है। इहदा अर्थ यह है कल युग बहुत माड़ा है। असी डंडा चुकिया होया है, सिर पाड़ के छड्डांगे इहदा, लभ जाए सही किते। पर इहदियां जिहड़ियां करामातां ने उहदे प्रति कदे कहा कि नहीं भाई कल युग माड़ा नहीं है, माड़े असी हाँ। जदों असी चंगे हो जाने हाँ तो युग भी चंगा हो जाता है। तुसीं वेख्या ही है जिथे भले लोग रहिंदे होण वो नगरी सतयुग है, जिथे बुरे लोग रहिंदे होण वो नगरी कलयुग है। ताही तां सतगुरु जी ने बचन आखे सन, माड़ियां दे प्रति वसदे रहो भाई, इत्थे ही रहो, जिथे जाओगे उन्हां नूं भी माड़े बनाओगे। चंगियां नूं कहा सी तुसीं उजड़ो, तुसीं जिथे जाओगे सारियां नूं चंगा बनाउण दा यतन करोगे। सच्चे पातशाह ने किरपा कीती है। अज तनासरी राग अंदर पंजवें पातशाह शहीदां दे सरताज गुरु अर्जन देव महाराज जी दे पवित्र मुख तो उचारण होया पावन पवित्र हुक्मनामा जो 682 अंग ते सुशोभित है, सतगुरु जी ने सानू बख्शिया है। जे असी उसारू सोचिए तो गल अगे नालों वधी है। गुरुद्वारे आना, हुक्मनामा सुनना जां इंटरनेट तो लभना, फिर दूजियां नूं भी प्रेरणा कि तुसी भी सुनो। अज गुरु रामदास महाराज दे घरों सानू की उपदेश मिले। होर अच्छा होया कि उहदे अर्थ बोध जानन वास्ते श्रोमणी गुरुद्वारा प्रबंधक कमेटी ने यह समा निर्धारित भी किया और ये प्रबंध भी किया कि इस वक्त पूरी दुनिया इहदे नाल जुड़ सके। सो महाराज ने कृपा की है, जिन्ना समा सतगुरु जी ने बख्शिया है, इस समय नूं सफलाउण दा यतन करिए। अपनियां मन बिरतियां इकागर करो, रसना पवित्र कर दे एक बार, सारे उच्चारण करो जी।
ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਰਾਗ ਤਨਾਸਰੀ ਹੈ। ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਹੈ, ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ। ਦਾਤੇ ਦਾ ਅਰਥ ਦੇਣ ਵਾਲਾ। ਪ੍ਰਾਨ ਪਤ ਦਾ ਅਰਥ ਹੈ ਪ੍ਰਾਣਾ ਦਾ ਪਤੀ। ਜਿਹਦੇ ਲੜ ਦੁਨਿਆਵੀ ਤੌਰ ਤੇ ਬੱਚੀ ਲੱਗਦੀ ਹੈ, ਉਹ ਪ੍ਰਾਣਪਤ ਨਹੀਂ ਹੈ। ਉਹਨੂੰ ਸੰਗਿਆ ਕੇਵਲ ਪਤੀ ਦੀ ਦਿੱਤੀ ਹੈ। ਧਨ ਫੇਰੇ ਨਾ ਆਖੀਐ ਬਹਿ ਨਹੀਂ ਇਕੱਠੇ ਹੋਏ, ਬੜੇ ਸ਼ਬਦ ਨੇ ਇਸ ਤਰ੍ਹਾਂ ਦੇ। ਉਹਨੂੰ ਕੰਤ ਕਿਹਾ, ਭਰਤਾ ਕਿਹਾ, ਪਤੀ ਕਿਹਾ, ਖਸਮ ਵੀ ਕਿਹਾ। ਪਰ ਇੱਥੇ ਸਤਿਗੁਰੂ ਜਦੋਂ ਸਾਨੂੰ ਅਧਿਆਤਮਕ ਉਪਦੇਸ਼ ਦਿੰਦੇ ਨੇ ਤਾਂ ਸਮਝਾਉਂਦੇ ਨੇ ਕਿ ਬੰਦਿਆ, ਇਹ ਜਿਹੜਾ ਸਰੀਰ ਹੈ ਇਹ ਕੇਵਲ ਇੱਕ ਭਾਂਡਾ ਹੈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣਹਾਰੇ। ਇੱਕ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣੇ, ਸੋਹਣੇ ਵੀ ਬਣੇ, ਬਦਸੂਰਤ ਵੀ ਬਣੇ। ਪਰ ਜਿਹੜੀ ਜਿੰਦ ਹੈ, ਜਿਹੜੀ ਤੂੰ ਪੂੰਜੀ ਲੈ ਕੇ ਆਇਆ, ਜਿਹੜੀ ਤੂੰ ਰਾਸ ਲੈ ਕੇ ਆਇਆ, ਤੇਰੇ ਕੋਲ ਸਮੱਗਰੀ ਅੱਖਾਂ ਦੀ ਨਹੀਂ ਹੈ, ਨਾ ਕੰਨਾਂ ਦੀ ਹੈ, ਨਾ ਹੱਥਾਂ ਦੀ ਹੈ, ਨਾ ਪੈਰਾਂ ਦੀ ਹੈ। ਅਸਲ ਵਿੱਚ ਜਿਹੜੀ ਤੇਰੀ ਧਨ ਦੌਲਤ ਹੈ ਉਹ ਤੇਰੇ ਪ੍ਰਾਣ ਨੇ, ਸਵਾਸ ਨੇ। ਹਮ ਆਦਮੀ ਹਾਂ ਇੱਕਦਮੀ। ਅਸੀਂ ਆਦਮੀ ਹੀ ਇਸ ਕਰਕੇ ਆ ਕਿ ਦਮ ਆਉਂਦਾ ਹੈ। ਜਦੋਂ ਦਮ ਨਹੀਂ ਆਉਂਦਾ ਤਾਂ ਫਿਰ ਕਹਿ ਦਿੱਤਾ ਜਾਂਦਾ ਹੈ ਕਿ ਇਹ ਮ੍ਰਿਤਕ ਹੈ। ਮ੍ਰਿਤਕਾ ਦਾ ਜਿਹੜਾ ਅਰਥ ਹੈ ਉਹ ਮੌਤ ਨਹੀਂ ਹੈ, ਉਹ ਮਿੱਟੀ ਹੈ। ਜੇ ਸਵਾਸ ਚੱਲਦੇ ਨੇ ਤਾਂ ਆਦਮੀ ਹੈ, ਜੇ ਸਵਾਸ ਬੰਦ ਹੋ ਗਿਆ ਤੇ ਮ੍ਰਿਤਕ ਹੈ। ਬਜ਼ੁਰਗ ਅੱਜ ਵੀ ਕਹਿੰਦੇ ਨੇ, ਭਾਈ ਹੁਣ ਤਾਂ ਮਿੱਟੀ ਹੈ, ਇਹਨੂੰ ਜਿੱਥੇ ਮਰਜੀ ਸੰਭਾਲ ਦਿਓ। ਔਰ ਇਹ ਗੱਲ ਗੁਰਬਾਣੀ ਨੇ ਸਮਝਾਈ ਵੀ ਹੈ ਕਿ ਜੋ ਮ੍ਰਿਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਵਣ ਫਲ ਪਾਵੇ। ਹੁਣ ਮ੍ਰਿਤਕ ਨੂੰ, ਮਿੱਟੀ ਨੂੰ, ਡੈਡ ਬਾਡੀ ਨੂੰ ਚੰਦਨ ਚੜਾਓ ਤੁਸੀਂ, ਕੀ ਫਲ ਮਿਲੇਗਾ? ਕੋਈ ਫਲ ਨਹੀਂ। ਜੋ ਮ੍ਰਿਤਕ ਕੋ ਬਿਸ਼ਟਾ ਮਾਹੇ ਰੁਲਾਈ, ਤੇ ਜੇ ਤੁਸੀਂ ਉਹਨੂੰ ਮਰੇ ਸਰੀਰ ਨੂੰ ਗੰਦਗੀ ਵਿੱਚ ਸੁੱਟ ਦਿਓ। ਜੋ ਮ੍ਰਿਤਕ ਕੋ ਬਿਸ਼ਟਾ ਮਾਹੇ ਰੁਲਾਈ, ਤਾਂ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਤੋ ਮ੍ਰਿਤਕ ਕਾ ਕਿਆ ਘਟ ਜਾਈ। ਤਾਂ ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਇਹ ਜਿਹੜੀ ਦੁਨੀਆ ਹੈ ਇਹ ਜੀਵਤ ਲਓ ਵਿਵਹਾਰ ਹੈ। ਇਹ ਜਗ ਜਿਉਂਦਿਆਂ ਦੇ ਮੇਲੇ ਨੇ। ਜਦੋਂ ਕਿਸੇ ਪ੍ਰਾਣੀ ਨੇ ਚਲੇ ਜਾਣਾ ਹੈ, ਫਿਰ ਉਹਦਾ
ਕਿਸੇ ਨਾਲ ਕੋਈ ਸੰਬੰਧ ਨਹੀਂ ਹੈ, ਨਾ ਘਰ ਨਾਲ ਨਾ ਪਰਿਵਾਰ ਨਾਲ। ਅਜੇ ਘਰ ਪਰਿਵਾਰ ਦਾ ਹੈ ਕਿ ਅਜੇ ਉਹਦੀ ਫੋਟੋ ਲੱਗੀ ਹੋਈ ਹੈ, ਕੋਈ ਆਵੇ ਪੁੱਛਦਾ ਇਹ ਕੌਣ ਹੈ, ਇਹ ਸਾਡੇ ਪਿਤਾ ਜੀ ਸਨ, ਪਰ ਉਹਦਾ ਕੋਈ ਸੰਬੰਧ ਨਹੀਂ ਹੈ। ਪਰ ਕਦੇ ਕਦੇ ਮਾਈਆਂ ਜੋੜ ਦਿੰਦੀਆਂ ਨੇ। ਬਜ਼ੁਰਗ ਚਲਾ ਗਿਆ, 2 4 6 ਮਹੀਨਿਆਂ ਬਾਅਦ ਘਰ ਪੋਤਰਾ ਆ ਗਿਆ, ਲੈ ਬਾਪੂ ਤੇ ਮੋੜ ਆਇਆ, ਵੀ ਮੋੜ ਆਇਆ ਤੇ ਬਹਿ ਜਾਓ ਸਾਰੇ ਘੁੰਡ ਕੱਢ ਕੇ। ਫਿਰ ਜੇ ਬਾਪੂ ਆ ਗਿਆ ਹੈ ਤੇ ਬੈਠੋ ਫਿਰ ਸਾਰੇ ਪਰਦਾ ਕਰਕੇ। ਉਹ ਕੀ ਹੈ? ਉਹ ਸਿਰਫ ਮਨ ਨੂੰ ਸਮਝਾਉਣ ਦੀਆਂ ਗੱਲਾਂ ਨੇ। ਇਹ ਸਿਰਫ ਇੱਕ ਹਾਸੋਹੀਣਾ ਇੱਕ ਸਾਡਾ ਢੰਗ ਹੈ ਆਪਣੇ ਆਪ ਨੂੰ ਖੁਸ਼ਫਹਿਮੀਆਂ 'ਚ ਰੱਖਣਾ, ਆਪਣੇ ਆਪ ਨੂੰ ਗਲਤ ਫਹਿਮੀਆਂ ਦੇ ਵਿੱਚ ਪਾਲਦੇ ਰਹਿਣਾ। ਸੋ ਇਸ ਕਰਕੇ ਅੱਜ ਹਰ ਵਿਅਕਤੀ ਨੂੰ ਪੁੱਛੋ, ਉਹ 1-2 ਗੱਲਾਂ ਤੁਹਾਨੂੰ ਕਹੇਗਾ। ਕੋਈ ਕਹਿੰਦਾ ਜੀ ਮੈਂ ਬੜਾ ਲੱਕੀ ਹਾਂ, ਮੈਂ ਬੜਾ ਖੁਸ਼ਕਿਸਮਤ ਹਾਂ। ਕੋਈ ਕਹਿੰਦਾ ਜੀ ਮੈਂ ਬੜਾ ਬਦਕਿਸਮਤ ਹਾਂ। ਕੋਈ ਕਹਿੰਦਾ ਮੈਂ ਖੁਸ਼ਕਿਸਮਤ ਹਾਂ, ਕੋਈ ਕਹਿੰਦਾ ਮੈਂ ਬਦਕਿਸਮਤ ਹਾਂ, ਕੋਈ ਕਹਿੰਦਾ ਮੈਂ ਲੱਕੀ ਹਾਂ, ਕੋਈ ਕਹਿੰਦਾ ਕਿ ਨਹੀਂ ਮੇਰੇ ਤਾਂ ਭਾਗ ਬੜੇ ਮਾੜੇ ਨੇ। ਹੁਣ ਇਹ ਸਾਰਾ ਕੁਝ ਕੀ ਹੈ? ਇਹ ਅਧੂਰਾ ਤੇ ਉਦਾਰਾ ਇਹ ਗਿਆਨ ਹੈ। ਅਧੂਰਾ ਇਸ ਕਰਕੇ ਹੈ ਵੀ ਪੂਰਾ ਨਹੀਂ ਹੈ, ਉਦਾਰਾ ਇਸ ਕਰਕੇ ਵੀ ਆਪਣਾ ਤੇ ਕੋਈ ਤਜਰਬਾ ਹੈ ਨਹੀਂ, ਆਪਣੀ ਖੋਜ ਪੜਤਾਲ ਤਾਂ ਕੋਈ ਹੈ ਨਹੀਂ, ਆਪਣੀ ਕੋਈ ਸਾਧਨਾ ਤੇ ਹੈ ਨਹੀਂ ਕਿ ਮਨੁੱਖ ਕਵੇ ਜੀ ਇਹ ਗੱਲ ਮੇਰੇ ਤਜਰਬੇ 'ਚੋਂ ਆਈ ਹੈ ਜਾਂ ਸੁਣੀ ਸੁਣਾਈ ਹੈ, ਤੇ ਜਾਂ ਫਿਰ ਐਵੇਂ ਅੱਧੀ ਪਚੱਧੀ ਹੈ। ਹਰ ਬੰਦਾ ਹੀ ਕਹੀ ਜਾਂਦਾ ਜੀ ਮੈਂ ਤਾਂ ਬਦਕਿਸਮਤ ਹਾਂ। ਸਾਈ ਤੁਲਸੀ ਦਾਸ ਕਹਿੰਦੇ ਨੇ ਕਿ ਵੱਡੇ ਭਾਗ ਮਾਨਸ ਤਨ ਪਾਵਾ। ਬੰਦਿਆ ਤੇਰੇ ਬੜੇ ਹੀ ਵੱਡੇ ਭਾਗ ਨੇ ਕਿ ਤੂੰ ਮਨੁੱਖ ਬਣਿਆ। ਬਹੁਤ ਵੱਡੀ ਖੁਸ਼ਕਿਸਮਤੀ ਹੈ ਤੇਰੀ ਕਿ ਤੈਨੂੰ ਮਨੁੱਖੀ ਜਾਮਾ ਮਿਲਿਆ ਹੈ। क्योंकि 4 पाम 2 सिंह गुंग मुख तब कैसे गुन गई है। उठत बैठत ठेंगा पर है। जदों तू पशु बन गया, 4 पैर 2 सिंह होणगे, मूँह गूंगा होएगा, किवें रब दे गुण गाएगा बई। ਉੱਠਦਿਆਂ ਬਹਿੰਦਿਆਂ ਜਿਹੜਾ ਮਾਲਕ ਤੈਨੂੰ ਚਾਰਾ ਪੱਠੇ ਪਾਏਗਾ ਉਹ ਕੰਮ ਵਾਸਤੇ ਡੰਡਾ ਵੀ ਮਾਰੇਗਾ। ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੁੰਡ ਲੁਕੋਈ ਹੈ। ਉਦੋਂ ਆਪਣੀ ਪੂਛ ਕਿੱਥੇ ਲੁਕੋਏਗਾ ਤੂੰ? ਜਿੰਨਾ ਚਿਰ ਅਸੀਂ ਮਨੁੱਖਾ ਜਾਮੇ 'ਚ ਤੇ ਸਾਡਾ ਨੱਕ ਨਹੀਂ ਸੂਤ ਆਉਂਦਾ, ਪਰ ਜਦੋਂ ਪਸ਼ੂ ਬਣ ਜਾਈਏ ਮਹਾਰਾਜ ਕਹਿੰਦੇ ਫਿਰ ਪੂਛ ਹੀ ਬਚਦੀ, ਨੱਕ ਤੇ ਹੁੰਦਾ ਹੀ ਨਹੀਂਗਾ। ਟੂਟੇ ਨਾਕਨ ਫੂਟੇ ਕਾਂਧਨ ਕੋਦੂ ਕੋ ਪੁਸਕਈ ਹੈ। ਨੱਕ 'ਚੋਂ ਅਗਲੇ ਨਕੇਲ ਪਾ ਦਿੰਦੇ ਨੇ, ਗਲ ਵਿੱਚ ਪੰਜਾਲੀ ਪਾ ਦਿੰਦੇ ਨੇ, ਗੱਡੇ ਦਾ ਜੂਲਾ ਪਾ ਦਿੰਦੇ ਨੇ। ਮੋਢੇ ਦੇ ਉੱਤੋਂ ਮਾਸ ਜਿਹੜਾ ਹੈ ਉਹ ਕੁੱਲਾ ਜਿਹਾ ਬਣ ਕੇ ਫਟ ਜਾਂਦਾ ਹੈ। ਟੂਟੇ ਨਾਕਨ ਫੂਟੇ ਕੰਧ ਕੋਦੂ ਕੋ ਪੁਸਕਈ ਹੈ। ਫਿਰ ਜਵਾਂ ਦੀ ਤੂੜੀ ਖਾਏਗਾ। ਚੰਗੇ ਭਲੇ 36 ਪ੍ਰਕਾਰ ਦੇ ਪਦਾਰਥ ਖਾਂਦਾ ਵੀ ਕਹਿੰਦਾ ਮੈਂ ਬਦਕਿਸਮਤ ਹਾਂ। ਔਰ ਦੁੱਖ ਦੀ ਗੱਲ ਇਹ ਹੈ ਕਿ ਗੁਰਦੁਆਰੇ ਆ ਕੇ ਕਹਿੰਦਾ ਮੈਂ ਬਦਕਿਸਮਤ ਹਾਂ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਦ ਮਿਟੇ ਹਰ ਸੇਵਾ। ਸੰਗਤ ਵਿੱਚ ਬਹਿ ਕੇ ਆਦਮੀ ਕਹੀ ਜਾਂਦੇ ਨੇ ਜੀ ਮੇਰੀ ਤਾਂ ਕਿਸਮਤ ਹੀ ਮਾੜੀ ਹੈ,
ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭਰਮ ਚੋਟਾਂ ਖਾਵੇਂ। ਵੇਖੋ ਇਹ ਗੱਲ ਤੇ ਵਿਦਵਾਨਾਂ ਨੇ ਸਮਝਾਈ ਹੈ ਨਾ ਵੀ ਰੋਗੀਆਂ ਤੇ ਭੋਗੀਆਂ ਦਾ ਹਾਲਤ ਇੱਕੋ ਜਿਹਾ ਹੀ ਹੈ। ਭੋਗੀ ਵੀ ਸਵੇਰੇ ਸੁੱਤੇ ਹੁੰਦੇ ਨੇ, ਰੋਗੀ ਵੀ ਸੁੱਤੇ ਹੁੰਦੇ ਨੇ, ਤੇ ਗੁਰਸਿੱਖ ਜੋਗੀ ਜਾਗਦੇ। ਜਿਹੜੇ ਰੱਬ ਦੇ ਪਿਆਰੇ ਨੇ ਉਹ ਸਵੇਰੇ ਉੱਠ ਪੈਂਦੇ ਨੇ ਭਾਈ। ਮੈਨੂੰ ਕਈ ਵਾਰੀ ਮਨ ਕਰਦਾ ਵੀ ਬੋਲਿਆ ਜਾਏ, ਕਈ ਵਾਰੀ ਕਿਹਾ ਜਾਂਦਾ ਵੀ ਨਹੀਂ ਮੈਂ ਕਿਹੜਾ ਆਪ ਬ੍ਰਹਮ ਗਿਆਨੀ ਆ, ਪਰ ਜੋ ਮੇਰੀ ਕੌਮ ਦੀ, ਮੇਰੇ ਪੰਥ ਦੀ ਹਾਲਤ ਬਣ ਗਈ ਹੈ, ਕੋਈ ਗੁਰਦੁਆਰਾ ਨਹੀਂ ਜਿਹਦੇ ਬਾਰੇ ਨਹੀਂ ਕਿਹਾ ਜਾਂਦਾ ਕਿ ਇੱਥੇ ਆਓਗੇ ਤੇ ਇਹ ਮਿਲੇਗਾ। ਕੋਈ ਪਾਠ ਨਹੀਂ ਬਚਿਆ ਵੀ ਇਹ ਕਰੋਗੇ ਤੇ ਇਹ ਮਿਲੇਗਾ। ਕੋਈ ਸੇਵਾ ਨਹੀਂ ਬਚੀ। ਹੁਣ ਤੇ ਗੁਰਦੁਆਰੇ ਵੀ ਲੋਕ ਜਿਹੜੀ ਦਾਲ ਲੈ ਕੇ ਆਉਂਦੇ ਨੇ ਉਹ ਵੀਰਵਾਰ ਛੋਲਿਆਂ ਦੀ ਲਿਆਉਂਦੇ ਨੇ ਪੀਲੇ ਰੰਗ ਦੀ, ਤੇ ਸ਼ਨੀਚਰਵਾਰ ਕਾਲੀ ਲਿਆਉਂਦੇ ਨੇ ਮਾਂਹ ਦੀ। ਹੁਣ ਤੇ ਆਟਾ ਦਾਲ ਵੀ ਨਹੀਂ ਬਚੀ ਵੀ ਕਿਸੇ ਗੁਰਦੁਆਰੇ ਐਵੇਂ ਚੜਾ ਦਿਓ ਤੁਸੀਂ, ਉਹ ਵੀ ਪੁੱਛਣਾ ਪੈਂਦਾ ਵੀ ਅੱਜ ਕਿਹੜਾ ਦਿਨ ਹੈ। ਚੌਲ, ਆਟਾ, ਖੰਡ ਇਹ ਸੋਮਵਾਰ ਲੈ ਕੇ ਆਉਂਦੇ ਨੇ, ਹਰੀਆਂ ਸਬਜ਼ੀਆਂ ਮੰਗਲਵਾਰ ਲੈ ਕੇ ਆਉਂਦੇ ਨੇ। ਮੈਨੂੰ ਮਾਫ ਕਰ ਦੇਣਾ। ਇਸੇ ਕਰਕੇ ਮਹਾਰਾਜ ਨੇ ਕਿਹਾ ਸੀ, ਕੋ ਕਹਿੰਦਿਆਂ ਚੁਗੇਂਦਿਆਂ ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਝਾਇਆ। ਇਹ ਸ਼ੈਤਾਨ ਦੇ ਵੰਝਾਏ ਹੋਏ ਆ ਅਸੀਂ। ਰਹਿੰਦੀ ਖੁੰਦੀ ਕਸਰ ਉਦੋਂ ਨਿਕਲ ਜਾਂਦੀ ਜਦੋਂ ਗੁਰਦੁਆਰੇ ਜਾ ਕੇ ਅਸੀਂ ਹੋਮਵਰਕ ਸ਼ੁਰੂ ਕਰ ਦਿੰਦੇ ਹਾਂ। ਫਟਾਫਟ ਗੁਟਕਾ ਕੱਢਿਆ ਤੇ ਪਾਠ ਸ਼ੁਰੂ ਕਰਤਾ। ਹੁਣ ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਵੀ ਜੋ ਇੱਥੇ ਹੋ ਰਿਹਾ ਹੈ ਮੈਂ ਨਹੀਂ ਸੁਣਨਾ, ਮੈਂ ਪਾਰਟਿਸਿਪੇਟ ਨਹੀਂ ਕਰਨਾ ਨਾ, ਮੇਰਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਤਾਂ ਆਪਣਾ ਹੀ ਪਾਠ ਪੜਾਂਗਾ। ਮੈਂ ਇਹ ਗੱਲ ਆਪਣੀ ਨਾਨੀ ਮਾਂ ਤੋਂ ਸੁਣੀ ਸੀ ਕਿ ਚੋਰਾਂ ਦਾ ਪਰਿਵਾਰ ਸੀ, ਤੇ ਜਦੋਂ ਉਹਨਾਂ ਦੇ ਪਰਿਵਾਰ ਦਾ ਨਵਾਂ ਬੱਚਾ ਆਪਣੀ ਕਿਰਤ ਸ਼ੁਰੂ ਕਰਨ ਲੱਗਾ, ਹੁਣ ਕਿਰਤ ਕੀ ਹੈ? ਚੋਰੀ ਕਰਨੀ ਸੀ, ਹੋਰ ਕੀ ਕਰਨਾ ਸੀ। ਉਹਨਾਂ ਨੇ ਛੋਟਾ ਮੋਟਾ ਫੰਕਸ਼ਨ ਕੀਤਾ ਹੋਣਾ, ਸਾਰੇ ਚੋਰ ਇਕੱਠੇ ਹੋਏ ਹੋਣੇ ਨੇ, ਬਰਾਦਰੀ। ਪਰ ਜਿਹੜੀ ਘਰ ਦੀ ਬਜ਼ੁਰਗ ਮਾਤਾ ਸੀ ਉਹਨੇ ਕਿਹਾ ਵੀ ਮੈਂ ਕਾਕੇ ਨਾਲ ਗੱਲ ਕਰਨੀ ਹੈ। ਕਾਕਾ ਉਰੇ ਆ। ਉਹਨੇ ਸੋਚਿਆ ਵੀ ਦਾਦੀ ਆਸ਼ੀਰਵਾਦ ਦੇਗੀ, ਜਾਂ ਮੇਰੇ ਦਾਦੇ ਨਾਲ ਇਹਨੇ ਵੀ ਮਾਲ ਸੰਭਾਲਿਆ ਹੋਣਾ, ਕੋਈ ਢੰਗ ਦੱਸੇਗੀ। ਕਹਿਣ ਲੱਗੀ, ਪੁੱਤਰ ਇਹ ਕੰਮ ਨਾ ਕਰ। ਮੈਂ ਤੇਰੇ ਪੜਦਾਦੇ ਨੂੰ ਵੀ ਵੇਖਿਆ, ਜਦੋਂ ਦੀ ਮੈਂ ਵਿਆਹੀ ਆਈ ਹਾਂ ਇਹੋ ਕੁਝ ਹੀ ਚੱਲਦਾ ਹੈ, ਪਰ ਤੂੰ ਇਹ ਕੰਮ ਨਾ ਕਰ। ਬੱਚਾ ਕਹਿੰਦਾ ਵੀ ਮਾਂ ਜੱਦੀ ਪੁਸ਼ਤੀ ਕੰਮ ਕਿਵੇਂ ਛੱਡ ਦਿਆ? ਕਹਿਣ ਲੱਗੀ, ਫਿਰ ਇੱਕ ਗੱਲ ਮੇਰੀ ਮੰਨੇਗਾ? ਜੇ ਤੂੰ ਇਸੇ ਰਸਤੇ ਜਾਣਾ ਹੈ ਫਿਰ ਇੱਕ ਗੱਲ ਮੇਰੀ ਮੰਨ ਲੈ। ਪੁੱਛਿਆ ਕੀ? ਆਖਿਆ ਕਿ ਜਿੱਥੇ ਸਤਸੰਗ ਹੋਵੇ ਉੱਥੇ ਨਾ ਜਾਵੀਂ, ਜਿੱਥੇ ਸੰਗਤ ਹੋਵੇ ਨਾ ਉੱਥੇ ਨਾ ਜਾਈ। ਪਰ ਹੁਣ ਕੀ ਕਰੋਗੇ? ਹੁਣ ਤਾਂ ਸੰਗਤ ਵਿੱਚ ਵੀ ਝੂਠ ਬੋਲਿਆ ਜਾਂਦਾ ਹੈ, ਔਰ ਬੋਲਣ ਵਾਲਾ ਮੁਖ ਝੂਠ ਬਭੂਖਣ ਸਾਰੰਗ। ਜਿਵੇਂ ਭੈਣਾਂ ਗਹਿਣੇ ਪਾ ਕੇ ਆਪਣੇ ਆਪ ਨੂੰ ਸੋਹਣਾ ਬਣਾਉਣ ਦਾ ਯਤਨ ਕਰਦੀਆਂ ਨੇ, ਅੱਜ ਪ੍ਰਚਾਰਕ ਇਦਾਂ ਕਰਦੇ ਨੇ, ਸੋਹਣਾ ਜਿਹਾ ਮੂੰਹ ਬਣਾ ਲੈਂਦੇ ਨੇ ਝੂਠ ਬੋਲ ਬੋਲ ਕੇ। ਇਹ ਬਾਹਰ ਗੁਰਦੁਆਰੇ ਦੇ ਖਰਬੂਜੇ ਵੇਚਦਾ ਸੀ, ਉਹਨੂੰ ਪੁੱਛਿਆ ਵੀ ਖਰਬੂਜੇ ਮਿੱਠੇ ਕਿਉਂ ਨੇ? ਕਹਿੰਦਾ ਜੀ ਅੰਦਰੋਂ ਬਾਣੀ ਤੁਰੀ ਆਉਂਦੀ ਹੈ। ਹੁਣ ਸਾਨੂੰ ਲੱਗਦਾ ਵੀ ਗੱਲ ਤੇ ਬੜੀ ਵੱਡੀ ਕੀਤੀ ਇਹਨੇ ਪ੍ਰਚਾਰਕ ਨੇ।
ਪਰ ਆਪਾਂ ਇਦਾਂ ਬਾਣੀ ਦਾ ਪ੍ਰਚਾਰ ਕਰਾਂਗੇ, ਇਦਾਂ ਮਹਾਨਤਾ ਦੱਸਾਂਗੇ ਵੀ ਬਾਣੀ ਦੀ ਮਹਾਨਤਾ ਖਰਬੂਜੇ ਮਿੱਠੇ ਕਰਦੀ ਹੈ। ਪ੍ਰਬੰਧਕ ਤਾਂ ਮਿੱਠੇ ਹੋਏ ਨਹੀਂ, ਬਾਹਰ ਖਰਬੂਜੇ ਰੇਹੜੀ ਤੇ ਮਿੱਠੇ ਹੋ ਗਏ। ਅੰਦਰ ਜੁੱਤੀਓ ਜੁੱਤੀ, ਪੱਗੋ ਪੱਗੀ, ਚਿਮਟਿਓ ਚਿਮਟੀ, ਤੇ ਬਾਹਰ ਖਰਬੂਜਿਆਂ 'ਚ ਖੰਡ ਵੜੀ ਜਾਂਦੀ ਹੈ। ਮਤਲਬ ਕਿੱਦਾਂ ਗੁਰਬਾਣੀ ਨੂੰ ਕਿੱਦਾਂ ਤੁਸੀਂ ਦੁਨੀਆ ਦੇ ਸਾਹਮਣੇ ਰੱਖੋਗੇ? ਤੁਸੀਂ ਜਿਹੜੇ ਅੰਦਰ ਬੈਠੇ ਨੇ ਉਹ ਤਾਂ ਬਦਲੇ ਨਹੀਂ, ਅੱਜ ਦੇ ਹੀ ਬਚਨ ਨੇ ਸਾਰੇ। ਮਾਤਾ ਨੇ ਕਿਹਾ ਕਾਕਾ ਜਿੱਥੇ ਸਤਸੰਗ ਹੋਵੇ ਉੱਥੇ ਨਹੀਂ ਜਾਣਾ। ਕਹਿਣ ਲੱਗਾ ਮਾਂ ਠੀਕ ਹੈ। ਵਾਦਾ ਰਿਹਾ, ਪਰ ਚੋਰਾਂ ਦਾ ਪੁੱਤ ਪੋਤਰਾ ਸੀ, ਦਿਮਾਗ ਚੱਲ ਗਿਆ ਉਸੇ ਵੇਲੇ। ਕਹਿੰਦਾ ਬੇਬੇ ਤੇ ਜੇ ਸਤਸੰਗ ਚੋਂ ਲੰਘ ਕੇ ਕਿਸੇ ਘਰ ਵਧੀਆ ਚੋਰੀ ਹੋ ਸਕਦੀ ਹੋਵੇ, ਵਧੀਆ ਮਾਲ ਹੱਥ ਆ ਸਕਦਾ ਹੋਵੇ, ਤੇ ਫਿਰ ਵੀ ਨਹੀਂ ਜਾਣਾ। ਹੁਣ ਦਾਦੀ ਦੇ ਵੀ ਮੂੰਹ 'ਚ ਪਾਣੀ ਆਇਆ। ਹੁਣ ਉਹਨੇ ਕਿਹਾ ਵੀ ਨਹੀਂ ਪੁੱਤ ਚਲਾ ਜਾਈ, ਪਰ ਕੰਨਾਂ ਚੁੰਗਲਾ ਦੇ ਲਈ, ਸੁਣੀ ਕੁਛ ਨਾ। ਕਹਿਣ ਲੱਗਾ ਬਿਲਕੁਲ ਠੀਕ ਹੈ। ਅਜੇ ਉਹ ਮਾਂ ਮਰੀ ਨਹੀਂ, ਇੱਕ ਦਿਨ ਖਾਲੀ ਹੱਥ ਮੁੜ ਆਇਆ ਤੋਂ ਬਾਹਰ ਹੀ ਬੈਠੀ ਹੁੰਦੀ ਸੀ ਮੰਜੀ ਢਾਹ ਕੇ। ਉਹਨੇ ਕਿਹਾ ਵੀ ਕਿਵੇਂ, ਅੱਜ ਕੀ ਹੋਇਆ? ਦਾ ਨਹੀਂ ਲੱਗਿਆ? ਕਹਿੰਦਾ ਦਾਦੀ ਦਾ ਦੀ ਗੱਲ ਨਹੀਂ ਹੈਗੀ। ਮੈਂ ਜਦੋਂ ਜਾ ਰਿਹਾ ਸੀ ਤੇ ਰਸਤੇ ਵਿੱਚ ਸਤਸੰਗ ਹੋ ਰਿਹਾ ਸੀ, ਤੇ ਉੱਥੇ ਇਹ ਗੱਲ ਕਹੀ ਜਾ ਰਹੀ ਸੀ ਵੀ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਨੇ, ਤੇ ਮੈਂ ਡਰ ਗਿਆ। ਮੈਂ ਤਾਂ ਉੱਥੇ ਹੀ ਬਹਿ ਗਿਆ। ਤੇ ਉਹ ਕਹਿੰਦੀ ਵੀ ਇਹੋ ਗੱਲ ਤੇ ਮੈਂ ਤੈਨੂੰ ਪਹਿਲੇ ਦਿਨ ਕਹੀ ਸੀ ਵੀ ਸਤਸੰਗ 'ਚ ਕੁਝ ਨਹੀਂ ਸੁਣਨਾ। ਅੱਜ ਜਿਹੜੀ ਸਾਡੀ ਹਾਲਤ ਹੈ, ਹਰ ਜਸ ਸੁਣੇ ਨਾ ਹਰ ਗੁਣ ਗਾਵੇ। ਮੈਨੂੰ ਖਿਮਾ ਕਰਨਾ, ਸਵੇਰੇ 25 ਤਰ੍ਹਾਂ ਦੀ ਚਾਹ ਆਉਂਦੀ ਹੈ WhatsApp ਤੇ। ਮੇਰੇ ਖਿਆਲ 15 ਹੁਕਮਨਾਮੇ ਵੀ ਆਉਂਦੇ ਨੇ। ਤੇ ਅੱਜ ਤੋਂ ਬਾਅਦ ਇਹ ਗੱਲ ਨੋਟ ਕਰਿਓ ਵੀ ਜਿਹੜਾ 15 ਭੇਜੇ ਉਹਨੂੰ ਵਾਪਸ ਕਾਲ ਕਰਕੇ ਪੁੱਛੋ ਵੀ ਇਹਦੇ ਚੋਂ ਤੂੰ ਕਿੰਨੇ ਕੁ ਪੜ੍ਹੇ ਨੇ, ਕਿ 2 ਪੰਕਤੀਆਂ ਹੀ ਪੜ੍ਹੀਆਂ ਨੇ, ਕਿ ਘਰ ਪੋਥੀ ਖੋਲੀ ਹੈ, ਜਾਂ ਤੂੰ ਕੋਈ ਗੁਰਬਾਣੀ ਦੀਆਂ ਬੜੀਆਂ ਐਪ ਆ ਗਈਆਂ ਨੇ ਉਹਦੇ ਵਿੱਚੋਂ ਪੂਰਾ ਸ਼ਬਦ ਲੱਭ ਕੇ ਕਿ ਉਹਦੇ ਅਰਥ ਭਾਵ ਨੂੰ ਸਮਝਿਆ ਤੂੰ ਨਾ। ਪਿੱਛੋਂ ਆਇਆ ਅੱਗੇ ਭੇਜਦਾ। ਮਤਲਬ ਸਵੇਰੇ ਸਵੇਰੇ 15 ਹੁਕਮਨਾਮੇ ਆਉਂਦੇ ਨੇ। ਹੁਣ ਬੰਦਾ ਇਹ ਹੀ ਨਹੀਂ ਸਮਝ ਆਉਂਦੀ ਵੀ ਮੈਂ ਕਿਹੜਾ ਮੰਨਾਂ। ਫਿਰ ਉਹੀ ਆਪਸ਼ਨ ਹੁੰਦੀ ਹੈ ਕਿ ਜਿਹੜਾ ਸੂਟ ਕਰਦਾ ਮੰਨ ਲਓ। ਆਪਾਂ ਕਿੱਧਰ ਤੁਰ ਪਏ? ਸਾਰਾ ਧਰਮ ਕਮਰਸ਼ੀਅਲ ਹੋ ਗਿਆ। ਅਸੀਂ ਲੋਕਾਂ ਨੂੰ ਇਹ ਕਹੀਏ ਤੇ ਉਹ ਠੀਕ ਹੈ, ਆ ਪਾਠ ਇੰਨੇ ਦਿਨ ਕਰੋ, ਐਸ ਗੁਰਦੁਆਰੇ ਇੰਨੇ ਦਿਨ ਜਾਓ। ਜੇ ਕੋਈ ਆਦਮੀ ਲਾਲਚ ਦੇ ਕੇ ਉਹਨਾਂ ਦਾ ਧਰਮ ਬਦਲੇ ਤਾਂ ਅਸੀਂ ਡੰਡਾ ਚੁੱਕ ਲਿਆ ਵੀ ਇਹ ਤੇ ਡੰਡਾ ਮਾਰੋ ਇਹਨਾਂ ਦੇ ਸਿਰ 'ਚ। ਵੇਖੋ ਹਰ ਘਰ ਦਾ ਇੱਕ ਮੁਖੀ ਹੈ। ਅਗਰ ਮੇਰੇ ਘਰ ਵਿੱਚ ਖਰਾਬੀ ਹੁੰਦੀ ਤੇ ਮੈਂ ਜ਼ਿੰਮੇਵਾਰ, ਗੁਆਂਢੀਆਂ ਦੇ ਘਰ ਵਿੱਚ ਹੁੰਦੀ ਤੇ ਗੁਆਂਢੀ ਜ਼ਿੰਮੇਵਾਰ। ਏਡੇ ਏਡੇ ਵੱਡੇ ਮਹਾਰਾਜ ਨੇ ਸਾਨੂੰ ਅਸਥਾਨ ਬਖਸ਼ੇ ਨੇ। ਆਪਾਂ ਵੋਟਾਂ ਮੰਗਣ ਜਾਂਦੇ ਹਾਂ ਲੋਕਾਂ ਦੇ ਘਰਾਂ 'ਚ, ਕਦੇ ਸਿੱਖੀ ਮੰਗਣ ਗਏ ਆ? ਰਾਜਨੀਤਿਕ ਬੰਦੇ ਵੋਟਾਂ ਮੰਗਣ ਜਾਂਦੇ ਨੇ, ਬਾਬੇ ਮਾਇਆ ਮੰਗਣ ਜਾਂਦੇ ਨੇ, ਸਿੱਖੀ ਮੰਗਣ ਕੌਣ ਜਾਂਦਾ ਹੈ? ਕੋਈ ਬਿਆਬਾ ਸਾਨੂੰ ਦੱਸ ਦਿਓ ਵੀ ਉਹ ਫਲਾਣੇ ਦੇ ਘਰ ਗਿਆ ਤਾਂ ਉਹਨੇ ਕਿਹਾ ਜੀ ਮੈਂ ਇੱਕ ਹਫ਼ਤਾ ਰੋਜ਼ ਆਵਾਂਗਾ, ਮੈਨੂੰ ਪਰਿਵਾਰ 'ਚ ਇੱਕ ਜੀ ਅੰਮ੍ਰਿਤਧਾਰੀ ਚਾਹੀਦਾ ਹੈ। ਅਸੀਂ ਕਹਿੰਦੇ ਜੀ ਆ 5 ਬੋਰੀਆਂ ਨੇ ਕਣਕ ਦੀਆਂ ਭਰ ਦਿਓ, ਤੁਸੀਂ ਭਾਵੇਂ ਭੱਠੀ ਲਾ ਕੇ ਪੀਓ, ਕਿਉਂਕਿ ਭਲਾ ਤੇ ਤੁਹਾਡਾ ਹੋ ਹੀ ਜਾਣਾ, ਕਣਕ ਅਸੀਂ ਲੈ ਚੱਲੇ ਹਾਂ। ਜਦੋਂ ਗਾਂਹ ਜਾਓਗੇ ਜਾਂਦਿਆਂ ਨੂੰ ਉੱਥੇ ਆਟਾ ਪੱਕਿਆ ਹੋਏਗਾ, ਤੰਦੂਰ ਤਪੇ ਹੋਣਗੇ, ਔਰ ਉੱਥੇ ਵੀ ਇਹੀ ਲਾਲਚ, ਅੱਗੇ ਸਵਰਗ ਹੈ ਜੀ, ਉੱਥੇ ਅੰਗੂਰਾਂ ਦੀ ਸ਼ਰਾਬ ਹੋਏਗੀ ਜੀ। ਕਈ ਤਾਂ ਇਸ ਕਰਕੇ ਮਰਨ ਨੂੰ ਤਿਆਰ ਤੁਰੇ ਫਿਰਦੇ ਨੇ।
ਵੀ ਚੱਲੀਏ ਇੱਥੇ ਤਾਂ ਘਰ ਦੀ ਗੱਡੀ ਨਹੀਂ ਮਿਲਦੀ, ਉੱਥੇ ਤਾਂ ਅੰਗੂਰਾਂ ਦੀ ਹੋਏਗੀ। ਆਪਾਂ ਕਿਸ ਧਰਮ ਦੀਆਂ ਗੱਲਾਂ ਕਰਦੇ ਹਾਂ? ਬੜੀ ਚੜ੍ਹਦੀ ਕਲਾ, ਬੜੀ ਚੜ੍ਹਦੀ ਕਲਾ। ਮੈਂ ਫਿਰ ਬੇਨਤੀ ਕਰਾਂ, ਸਿਰਫ ਪੈਸੇ ਕਰਕੇ ਹੈ, ਨਾ ਇੱਜ਼ਤ ਕਰਕੇ ਹੈ, ਨਾ ਧਰਮ ਕਰਕੇ ਹੈ, ਨਾ ਆਪਣੇ ਸਮਾਜ ਕਰਕੇ ਹੈ। ਅੱਜ ਸਾਡੀ ਚੜ੍ਹਦੀ ਕਲਾ ਨਹੀਂ ਹੈ, ਕੌਮੀ ਤੌਰ ਤੇ ਵੀ ਨਹੀਂ ਹੈ, ਕੌਮੀ ਤੌਰ ਤੇ ਵੀ ਨਹੀਂ ਹੈ। ਇੱਕ ਵਕਤ ਕਿ ਦੁਨੀਆ ਤੁਹਾਡੇ ਤੇ ਵਿਸ਼ਵਾਸ ਕਰੇ। ਮੈਨੂੰ ਖੁਦ ਇਰਾਨੀ ਸਾਹਿਬ ਨੇ ਸੀਸਗੰਜ ਸਾਹਿਬ ਆ ਕੇ ਦੱਸਿਆ, ਕਹਿੰਦੇ ਇਹ ਈਰਾਨ ਦਾ ਕਾਨੂੰਨ ਹੈ, ਇਹ ਗੱਲ ਹੋਏਗੀ ਮੇਰੇ ਖਿਆਲ 25 ਸਾਲ ਪੁਰਾਣੀ, ਕਿ ਕੋਈ ਆ ਕੇ ਸਿੱਖ ਗਵਾਹੀ ਦੇ ਦੇ ਕਿਸੇ ਦੀ ਵੀ ਇਹ ਬੰਦਾ ਨਿਰਦੋਸ਼ ਹੈ, ਤੇ ਈਰਾਨ ਦੇ ਵਿੱਚ ਉਹ ਬੰਦੇ ਨੂੰ ਛੱਡ ਦਿੱਤਾ ਜਾਂਦਾ ਹੈ। ਤੇ ਅੱਜ ਪਹਿਲੀ ਗੱਲ ਤੇ ਪ੍ਰਚਾਰਕ ਖੁਦ ਝੂਠ ਬੋਲਦੇ ਨੇ, ਦੂਜੀ ਗੱਲ ਫਿਰ ਉਹ ਇਹ ਵੀ ਦੱਸਦੇ ਨੇ ਵੀ ਜੇ ਝੂਠ ਬੋਲਿਆ ਜਾਏ ਤੇ 5 ਵਾਰੀ ਵਾਹਿਗੁਰੂ ਕਹੋ ਤੇ ਮਾਫ ਹੋ ਜਾਂਦਾ ਹੈ। ਇਸੇ ਗੱਲ ਤੋਂ ਤਾਂ ਰੋਕਿਆ ਸੀ ਮਹਾਰਾਜ ਨੇ ਕਿ ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਵੇਂ ਹੋਏ ਨਿਸ਼ੰਕ, ਜੰਮਪੁਰ ਬਾਂਧ ਖਰੇ ਕਲੰਕ। ਪੰਜਾਂ ਵਕਾਰਾਂ ਵਿੱਚ ਪਾਪ ਕਰਦਾ ਹੈ, ਤੀਰਥਾਂ ਤੇ ਜਾ ਕੇ ਧੋ ਲੈਣਾ ਹੈ, ਜਦੋਂ ਵਾਪਸ ਮੁੜਦਾ ਹੈ ਤੇ ਫਿਰ ਤੂੰ ਕਹਿੰਦਾ ਵੀ ਹੁਣ ਤੇ ਮੈਨੂੰ ਰਸਤਾ ਪਤਾ ਲੱਗ ਗਿਆ, ਹੁਣ ਤੇ ਮੈਨੂੰ ਪਤਾ ਲੱਗ ਗਿਆ ਪਾਪ ਇਦਾਂ ਕਰੀਦੇ ਨੇ, ਧੋਈ ਦੇ ਇਦਾਂ ਨੇ। ਤੇ ਅੱਗੋਂ ਫਿਰ ਬੰਦਾ ਬਿਲਕੁਲ ਹੀ ਬੇਫਿਕਰ ਹੋ ਜਾਂਦਾ, ਕਹਿੰਦਾ ਵੀ ਦੱਬ ਕੇ ਕਰੋ ਬਈ, ਧੋਣ ਦਾ ਮੈਨੂੰ ਪਤਾ ਕਿੱਥੇ ਜਾ ਕੇ ਧੋਣੇ ਤੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੇਰੇ ਪ੍ਰਾਣਾਂ ਦਾ ਪਤੀ ਵਾਹਿਗੁਰੂ ਹੈ, ਉਹ ਤੈਨੂੰ ਜਾਵੇ ਭੁੱਲ ਤਾਂ ਤੂੰ ਬਦਕਿਸਮਤ ਹੈ। ਪਰ ਕਿਸੇ ਦੀ ਕਾਰ ਵੇਖ ਕੇ ਇਹ ਤਾਂ ਲੱਕੀ ਹੈ ਜੀ, ਕਿਸੇ ਦਾ ਪਲਾਟ ਵੇਖ ਕੇ ਇਹ ਤਾਂ ਲੱਕੀ ਹੈ ਜੀ। ਜਿਵੇਂ ਆਪਾਂ ਕਰਦੇ ਹੀ ਹਾਂ, ਧੀ ਪੈਦਾ ਹੋ ਜਾਏ, ਮੇਰੀ ਆਪਣੀ ਸ਼੍ਰੇਣੀ 'ਚ 12 ਸਾਲਾਂ ਬਾਅਦ ਧੀ ਹੋਈ, ਮੈਂ, ਮੇਰਾ ਪਰਿਵਾਰ, ਮੇਰੀ ਸਿੰਘਣੀ, ਅਸੀਂ ਬੜਾ ਮੂੰਹ ਬਣਾ ਕੇ ਗਏ ਵੀ ਜਾ ਕੇ ਵਧਾਈ ਦੇਣੀ ਹੈ। ਅੱਗੇ ਜਾਂਦਿਆਂ ਨੂੰ ਸਿਰ ਸੁੱਟ ਕੇ ਬੈਠੇ, 12 ਸਾਲਾਂ ਬਾਅਦ ਵੀ ਕੁੜੀ ਆਈ ਹੈ। ਮਤਲਬ ਮੁੰਡਾ ਸਾਰੀ ਦਾੜੀ ਪੱਟ ਦੇਵੇ ਤਾਂ ਵੀ ਚੰਗਾ ਹੈ, ਤੇ ਧੀ, ਹਾਲਾਂਕਿ ਮੈਂ ਇਸ ਅੰਧ ਵਿਸ਼ਵਾਸ ਦਾ ਉਪਾਸ਼ਕ ਨਹੀਂ ਆ, ਪਰ ਡੋਲੀ ਵਿੱਚ ਤੁਰੀ ਜਾਂਦੀ ਵੀ ਚੌਲ ਪਾ ਕੇ ਥਾਲੀ ਪਰਾਤ ਵਿੱਚ, ਤੇ ਦੋਵਾਂ ਹੱਥਾਂ ਨਾਲ ਪਿਛਾਂ ਸੁੱਟੇ ਵੀ ਮੇਰੇ ਬਾਬਲ ਦਾ ਘਰ ਵਸਦਾ ਰਵੇ, ਤੋ ਤਾਂ ਵੀ ਮਾੜੀ ਹੈ। ਪੁੱਤ ਚੰਗਾ ਹੈ, ਧੀ ਤਾਂ ਵੀ ਮਾੜੀ ਹੈ। ਉਹ ਸਹੁਰੇ ਜਾ ਕੇ ਵੀ ਸੁੱਖ ਤੁਹਾਡੀ ਮੰਗਦੀ ਹੈ, ਉਹ ਤਾਂ ਵੀ ਮਾੜੀ ਹੈ। ਇਹ ਘਰ ਬੈਠਾ ਵੀ ਤੁਹਾਨੂੰ ਕਹਿੰਦਾ ਵੀ ਤੂੰ ਜਾ ਪਰਾਂ ਗੁਰਦੁਆਰੇ ਜਾ ਮਾਰ ਕੇ, ਤੇ ਬੁੱਢਿਆ ਕਿਉਂ ਸਵੇਰੇ ਉੱਠ ਕੇ ਜਾਣ ਖਾਧੀ ਹੈ, ਪੁੱਤ ਫਿਰ ਵੀ ਚੰਗਾ ਹੈ। ਪ੍ਰਾਣਾਂ ਦਾ ਪਤੀ ਵਾਹਿਗੁਰੂ ਹੈ, ਇਹ ਜ਼ਰੂਰ ਚੇਤਾ ਰੱਖਣਾ। ਸੋਈ ਦਿਵਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ। ਉਹ ਦਿਨ ਤੁਹਾਡਾ ਖੁਸ਼ਕਿਸਮਤ ਵਾਲਾ ਦਿਨ ਹੈ, ਜਿੱਦਣ ਸਵੇਰੇ ਉੱਠੇ ਤੇ ਤੁਸੀਂ ਵਾਹਿਗੁਰੂ ਕਿਹਾ, ਪਾਠ ਕੀਤਾ। ਵਾਰ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਜਿੱਦਣ ਗੁਰੂ ਦੇ ਦਰ ਤੇ ਚਲੇ ਗਏ, ਸਮਝ ਲੈਣਾ ਵੀ ਅੱਜ ਵਰਗਾ ਦਿਨ ਕੋਈ ਨਹੀਂ ਹੈਗਾ, ਅੱਜ ਵਰਗਾ ਸੁਭਾਗਾ ਦਿਨ ਕਿਤੇ ਨਹੀਂ ਹੈਗਾ। ਪਹਿਲੀ ਗੱਲ, ਮਨੁੱਖ ਹੋਣਾ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਤੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸਜਰੀਆ। ਤੈਨੂੰ ਧਨ ਦੌਲਤ ਇਕੱਠੀ ਕਰਨ ਲਈ ਸਰੀਰ ਨਹੀਂ ਮਿਲਿਆ, ਇਹ ਤੇ ਨਿਰਵਾਹ ਸੀਗਾ। ਐਡੀ ਖੁਸ਼ਕਿਸਮਤੀ ਸਿੱਖਾਂ ਦੀ ਹੈ ਕਿ ਦੌਲਤ ਗੁਜਰਾਨ ਹੈ, ਨਾ ਤੁਹਾਨੂੰ ਕੱਪੜੇ ਛੱਡਣ ਦੀ ਲੋੜ, ਨਾ ਗੱਡੀਆਂ, ਨਾ ਘਰ, ਨਾ ਕੋਠੀਆਂ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿਚੇ ਗਤ ਪਾਈ। ਇਹ ਗੁਰੂ ਦੀ ਵਡਿਆਈ ਹੈ। ਘਰ ਬੈਠਿਆਂ ਮੁਕਤੀ ਮਿਲੇਗੀ ਤੁਹਾਨੂੰ।
जिस परमात्मा ने प्राण दिते ने, जिंद दिती है, श्वास दिते ने, जिन्ना करके हम आदमी हाँ एकदमी, उही रब भुल गया। सारियां ही गल्लां चेते ने सानू, खाना पीना हसना सौना, ते विसर गया है मरना। जिन्हें भेजे है जदों उहदे कोले वापस जाण दी गल आउंदी है तो सानू वो परमात्मा भुलिया होया है। गुरु अर्जन देव पिता महाराज समझाते ने, जिसको बिसरै प्राण पत दाता सोई गणो अभागा। वो बदकिस्मत है जिन्हों रब चेते नहीं, जिहड़ा रब दे घर नहीं जाता, जिहड़ा रब दी बाणी नहीं पढ़ता, जिहड़ा रब दा धन्नवाद नहीं करता, जिहदा जीवन विच परमात्मा नाल कोई मिलाप नहीं, वो बदकिस्मत है। पर जिहड़े तुसी रब दे दर आउने हो, इशनान करते हो, पाठ करते हो, गुरुद्वारे आउने हो, पर गल सिर्फ इन्नी भी असीं लोकां दीयां चीज़ां नाल अपनी किस्मत नूं तोलदे आ, नहीं। सानू गुरु की किरपा दे नाल अपने कर्मां नूं तोलना चाहिए कि मालिक की किरपा किहदे ते है। गुर किरपा जिह नारको कीनी ते ए जुगत पछानी, नानक लीन भयो गोबिंद सिओ जो पानी संग पानी। शुरू कित्थों होया? जो नर दुख में दुख नहीं माने। दुख है पर बंदा दुखी नहीं है। सुख सने सुख है, लालच कोई नहीं है, प्यार कोई नहीं है। दरजोधन वाली गल नहीं कि जेड़ा घर आवे, आ मेरा हाथी है जी, आ मेरा घोड़ा है जी, ये मैं उस देश तो मंगाया है जी, आ नवा बाथरूम बनाया है जी, आ जिहड़ी सीट है जी ये इन्ने पैसों की आई है जी। वेख्या मैं किसी के घर जाओ, आओ जी ज्ञानी जी तुहानूं घर विखाईए, तो शुरू बाथरूम तो करनगे, तो बाथरूम च भी सीट तो ही शुरू होणगे भी ये तो जी 50,000 की है। ले दसो, तो जे किते रब दे प्यारिਆਂ दे घर जाते तो उन्हें कहना जी उत्ते बाबा जी का प्रकाश है, तो आप ज्ञानी जी उत्थे अरदास ही कर लीए, 2 मिनट उत्थे तुसीं कोई सानूं बचन ही सुना दिओ। जिहड़े इदां जिंदगी जिउंदे ने वो खुशकिस्मत ने, वो अभागे नहीं हैगे। हाँ जी। चरण कमल जाका मन रागियो, अमै सरोवर पागा। जिन्हां दा मन गुरु दे कमल रूपी चरनां दे नाल जुड़ गया, उन्हां नूं तां ये समझ लो भी अमृत सरोवर मिल गया। उत्ते रोज़ अमृत सरोवर दे विच नाम जल विच चुभियां लाउंदे ने बंदे, जिन्हां दा मन गुरु नाल जुड़े है। सतगुरां ने यही कहा सीगा, जोगी कहंदे जी असीं हाटी बाटी रहे नराले, रूख बिरख उद्याने, कंद मूल आहारो खाइए। उदू बोलिया ज्ञाने, सच्चे पातशाह ने कहा सी नहीं पाई, ये ठीक नहीं है। जे तुसी जिंदगी सही जीवनी है तो फिर जैसे जल में कमल निरालम, मुरगाई ने शाने, शब्द सुरत भवसागर तरीए। उदू बोलिया ज्ञाने, तो इवें रवो ना घर विच जिवें पानी च मुरगाबी रहिंदी है, चिकड़ विच कमल दा फुल रहिंदा है। की लोड़ है जंगलों में जाके एवें बूटियां खाण दी? जंगलों में जाण दी की लोड़ है? नानक घर ही बैठिया शौ पाई है। पर अगली पंक्ति चेता रखना, सतगुर कै उपदेश। उन्हां वे घर बह के ते शैतान दे वंझाए जाइए, गुरुद्वारे जाण लग्या भी पुछना पवे भी अज किहड़ा दिन है, मंगलवार है, ये फिर हरी सब्जी कित्थों मिलेगी? कित्थे पहुंच गए? मर्ज बढ़ता गया जूं जूं दवा करते। बीमारी बढ़ रही है, घट नहीं रही। मत सोचिए कि आपां कि इहदे नाल साडे विचों अंध विश्वास, साडे विचों कर्म कांड, साडे विचों भरम भलेखे, साडे विचों तांत्रिक विद्या मुक रही है। मुक नहीं रही, वो शिखर ते पहुंच रही है। सगों सारा कुछ कंप्यूटराइज होता तुरिया जा रहा। तुहाडे घरां 'च सवेरे उठ के राशि फल आउंदा है। अगे माँ गुरुद्वारे प्रसाद लैके आउंदी सी,
ਕੱਲੇ ਕੱਲੇ ਨੂੰ ਉਠਾ ਕੇ ਕਹਿੰਦੀ ਸੀ, ਪੁੱਤ ਉੱਠ, ਆ ਲੈ ਬਾਬਾ ਜੀ ਦਾ ਪ੍ਰਸ਼ਾਦ ਲੈ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਉਪਦੇਸ਼ ਕਰਕੇ ਸਮਝਾਉਂਦੇ ਨੇ, ਪਰਮਾਤਮਾ ਜਿਹੜਾ ਤੇਰਾ ਜਨ ਹੈ, ਤੇਰਾ ਸੇਵਕ ਹੈ, ਉਹ ਰਾਮ ਦੇ ਨਾਮ ਵਿੱਚ ਰੰਗਿਆ ਹੋਇਆ, ਭਰਿਆ ਹੋਇਆ ਜਾਗਦਾ ਰਹਿੰਦਾ ਹੈ, ਅਵਿਦਿਆ ਦੀ ਨੀਂਦਰ ਵਿੱਚ ਨਹੀਂ ਸੌਂਦਾ। ਹਾਂਜੀ। ਆਲਸ ਸੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਸਗੋਂ ਆਲਸ ਛੀਜ ਗਿਆ ਸਭ ਤਨ ਤੇ, ਅਸੀਂ ਨਹੀਂ ਕਹਿੰਦੇ ਵੀ ਆ ਕੱਪੜਾ ਛਿੱਜ ਗਿਆ ਹੈ। ਆਲਸ ਤੁਹਾਡੀ ਜ਼ਿੰਦਗੀ ਚੋਂ ਛਿੱਜ ਜਾਏਗਾ, ਨਿਕਲ ਜਾਏਗਾ ਜਦੋਂ ਤੁਸੀਂ ਪ੍ਰੀਤਮ ਸਿਓ ਮਨ ਲਾਗਾ, ਜਦੋਂ ਤੁਹਾਡਾ ਮਨ ਪਰਮਾਤਮਾ ਨਾਲ ਜੁੜੇਗਾ, ਪ੍ਰਾਣਾਂ ਦੇ ਪਤੀ ਨਾਲ ਜੁੜੇਗਾ, ਆਪਣੇ ਪਿਆਰੇ ਨਾਲ ਜੁੜੇਗਾ। ਅਸੀਂ ਇਹ ਹੀ ਨਿਸ਼ਾਨਦੇਹੀ ਨਹੀਂ ਕਰ ਪਾ ਰਹੇ ਵੀ ਘਰ ਦੇ ਵਿੱਚ ਸਭ ਤੋਂ ਮੇਰਾ ਆਪਣਾ ਕੌਣ ਹੈ। ਸਤਿਗੁਰਾਂ ਤੇ ਦੱਸਿਆ ਸੀ ਕਿ ਭਾਈ ਸੋ ਦੇ ਨਾਮਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਹੂ ਹੈ ਕਾਕਾ। ਕੋਈ ਨਹੀਂ ਹੈ। ਇਹ ਤੇ ਪੂਰਬਲੇ ਜਨਮਾਂ ਦੇ ਕਰਮਾਂ ਦਾ ਇੱਕ ਸੰਯੋਗ ਹੈ। ਇਹ ਕੁਨਬਾ ਇਕੱਠਾ ਹੋਇਆ ਹੈ, ਪਰਿਵਾਰ ਇਕੱਠਾ ਹੋਇਆ ਹੈ, ਠੀਕ ਹੈ। ਜਿੰਨਾ ਚਿਰ ਰੱਬ ਨੇ ਸੰਯੋਗ ਬਣਾਇਆ ਹੈ, ਸਾਨੂੰ ਰਹਿਣਾ ਚਾਹੀਦਾ, ਪਰ ਇਹ ਪਤਾ ਹੋਣਾ ਚਾਹੀਦਾ ਕਿ ਅਸਲ ਵਿੱਚ ਜੇ ਮਾਰਗ ਇਹ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਜਿੱਥੇ ਜਾਣਾ ਹੈ ਉੱਥੇ ਸਿਰਫ ਕੇਵਲ ਤੇ ਕੇਵਲ ਪਰਮਾਤਮਾ ਹੈ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਇਸ ਭਗਤੀ ਨੇ, ਇਸ ਅਵਸਥਾ ਨੇ, ਇਸ ਕਮਾਈ ਨੇ ਇੱਕ ਕਿਰਪਾ ਕਰ ਦਿੱਤੀ ਹੈ ਕਿ ਮੈਂ ਜਿੱਥੇ ਵੀ ਵੇਖਦਾ ਮੈਨੂੰ ਇੱਕ ਨਾਰਾਇਣ ਨਜ਼ਰ ਆਉਂਦਾ ਹੈ। ਜਿਵੇਂ ਹਰ ਮਾਲਾ ਦੇ ਵਿੱਚ ਇੱਕ ਧਾਗਾ ਹੁੰਦਾ ਹੈ, ਜਿਵੇਂ ਹਰ ਮਾਲਾ ਵਿੱਚ ਇੱਕ ਧਾਗਾ ਹੁੰਦਾ ਹੈ। ਜਿੰਨੇ ਰੱਬ ਨੇ ਮੋਤੀ ਪੈਦਾ ਕੀਤੇ ਨੇ ਉਹ ਸਾਰੇ ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਸੂਤਰ ਜਿਹੜੇ ਮਿਸਤਰੀ ਨੇ ਉਹਨਾਂ ਨੂੰ ਪੁੱਛ ਲੈਣਾ, ਉਹ ਵੀ ਧਾਗਾ ਹੀ ਹੁੰਦਾ। ਜਿਹੜੇ ਸੀਮਟ ਦਾ ਕੰਮ ਕਰਦੇ ਨੇ, ਚਨਾਈ ਦਾ ਕੰਮ ਕਰਦੇ ਨੇ, ਮਕਾਨ ਬਣਾਉਣ ਦਾ ਕੰਮ ਕਰਦੇ ਨੇ, ਤੇ ਪਹਿਲਾਂ ਹੀ ਕਿਹਾ ਜਾਂਦਾ ਸੀ ਵੀ ਭਾਈ ਮਿਸਤਰੀ ਨੂੰ ਕਹੋ ਸੂਤਰ ਕੱਢੇ, ਉਹ ਵੀ ਧਾਗਾ ਹੀ ਹੁੰਦਾ। ਰੱਬ ਦੇ ਸੂਤਰ ਵਿੱਚ ਸਾਰੇ ਅਸੀਂ ਬੱਧੇ ਹੋਏ ਹਾਂ। ਪਰ ਇਹ ਗੱਲ ਉਦੋਂ ਸਮਝ ਆਉਂਦੀ ਜਦੋਂ ਉੱਪਰਲਾ ਉਪਦੇਸ਼ ਜੀਵਨ ਵਿੱਚ ਆ ਜਾਏ। ਹਾਂਜੀ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਿਸ ਵਿਅਕਤੀ ਤੇ ਗੁਰੂ ਕਿਰਪਾ ਕਰਦਾ ਹੈ ਉਹਨੂੰ ਸਮਝ ਆ ਜਾਂਦੀ ਹੈ ਕਿ ਜਿੰਨੇ ਸੰਸਾਰ ਦੇ ਮੋਤੀ ਨੇ, ਜਿੰਨੇ ਜੀਵ ਨੇ, ਸਾਰਿਆਂ ਦੇ ਵਿੱਚ ਪ੍ਰਾਣ ਤਾਂ ਪਰਮੇਸ਼ਰ ਦੇ ਨੇ, ਧਾਗਾ ਤੇ ਉਹਦਾ ਹੀ ਹੈ। ਉਸੇ ਧਾਗੇ ਨਾਲ ਹੀ ਸਾਰੀ ਦੁਨੀਆ ਜੁੜੀ ਹੋਈ ਹੈ। ਤਾਂ ਫਿਰ ਕੀ ਹੈ? ਨਾਮ ਉਦਕ ਪੀਵਤ ਜਨ ਨਾਨਕ। ਨਾਮ ਕਹਿੰਦੇ ਨੇ ਸਿਫਤ ਸਲਾਹ ਨੂੰ, ਉਦਕ ਕਹਿੰਦੇ ਨੇ ਪਾਣੀ ਨੂੰ, ਜਲ ਨੂੰ। ਪੀਵਤ ਇਹ ਪੀਣ ਦੀ ਕਿਰਿਆ ਹੈ। ਫਿਰ ਕੀ ਹੋਏਗਾ? ਗੁਰੂ ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਕਿ ਮੈਂ ਦਾਸ ਨਾਨਕ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਲ ਪੀਵਾਂਗਾ। ਤੇ ਫਿਰ ਕੀ ਹੋਏਗਾ? ਤਿਆਗੈ ਸਭ ਅਨੁਰਾਗਾ। ਜਿੰਨੇ ਅਨੁਰਾਗ ਨੇ, ਮੋਹ ਮਮਤਾ ਦੇ ਰਿਸ਼ਤੇ ਨੇ, ਫਾਈਆਂ ਨੇ, ਤੰਦਾਂ ਨੇ, ਇਹ ਕੱਟ ਜਾਣਗੀਆਂ। ਵੇਖੋ, ਸਾਨੂੰ ਜਿਉਣਾ ਆਉਣਾ ਚਾਹੀਦਾ। ਗੁਰੂ ਨਾਨਕ ਸਾਹਿਬ ਤੋਂ ਸਿੱਖ ਲਈਏ। ਮਤਲਬ ਅਸੀਂ ਇੱਕ ਪੱਖ ਦੱਸਿਆ ਕਿ ਭਾਈ ਮਰਦਾਨਾ ਨਾਲ ਰਿਹਾ ਤੇ ਉਹਦੀ ਭੁੱਖ ਹੀ ਨਹੀਂ ਮਿਟੀ। ਪਤਾ ਨਹੀਂ ਕਿਉਂ ਇਦਾਂ ਪੇਸ਼ ਕੀਤਾ ਸੀ ਉਸ ਗੁਰੂ ਕੇ ਬਖਸ਼ੇ ਹੋਏ ਭਾਈ ਮਰਦਾਨੇ ਨੂੰ, ਜਿਹਦੇ ਨਾਮ ਤੋਂ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਜਾਂ ਫਿਰ ਦਰਜੇ ਕੀਤਾ ਵੀ ਉਹ ਤਾਂ ਜੀ ਪਿਤਾ ਦੇ ਆਖੇ ਹੀ ਨਹੀਂ ਲੱਗੇ। ਪਰ ਜਦੋਂ ਤੁਸੀਂ ਸਾਰੀ ਸਟੱਡੀ ਕਰੋਗੇ, ਪੜ੍ਹੋਗੇ, ਫਿਰ ਪਤਾ ਲੱਗੇਗਾ ਕਿ 14 ਸਾਲ ਗੁਰੂ ਨਾਨਕ ਸਾਹਿਬ ਕਰ ਰਹੇ।
ਤੁਸੀਂ ਦੱਸੋ ਵੀ 14 ਸਾਲ ਬੱਚਾ ਘਰ ਰੱਖਦੇ ਹੋ ਤੁਸੀਂ? ਜਿਹੜਾ ਬੱਚਾ 10ਵੀਂ ਕਰ ਜਾਂਦਾ ਹੈ, ਤੁਸੀਂ ਕੈਨੇਡਾ ਮੈਸੀ ਪਹੁੰਚ ਜਾਂਦੇ ਵੀ ਸਾਡਾ ਕਾਕਾ ਲੈ ਜਾਓ ਜੀ, ਸਾਹ ਨਹੀਂ ਆਉਂਦਾ ਸਾਨੂੰ, ਪਰ ਤੁਸੀਂ ਘਰੋਂ ਕੱਢ ਦਿਓ ਤੇ ਠੀਕ ਹੈ। ਤੇ ਜੇ ਪਿਤਾ ਜੀ ਕਹਿਣ ਵੀ ਨਾਨਕੀ ਲੈ ਜਾ ਇਹਨੂੰ ਕੰਮ ਤੇ ਲਾ, ਤੇ ਉਹ ਮਾੜੇ ਨੇ। 17 ਸਾਲ ਉਹ ਕਿਰਤ ਕਰਨ, 17 ਸਾਲ ਫੌਜੀ ਦੀ ਨੌਕਰੀ ਹੁੰਦੀ ਹੈ, ਆਰਮੀ ਦੀ। 17 ਸਾਲ ਉਹ ਆਪਣੇ ਪਰਿਵਾਰ ਵਿੱਚ ਰਹਿਣ ਤੋ ਅਜੇ ਵੀ ਮਾਤਾ ਸੁਲੱਖਣੀ ਨੂੰ ਜੀ ਪਿਆਰ ਹੀ ਨਹੀਂ ਕਰਦੇ ਸੀ ਜੀ, ਉਹਨਾਂ ਦੀ ਤਾਂ ਮੋਹ ਮਮਤਾ ਹੀ ਨਹੀਂ ਸੀਗੀ। 21 ਸਾਲ ਉਹਨਾਂ ਨੇ ਧਰਮ ਪ੍ਰਚਾਰ ਕੀਤਾ। ਤੁਸੀਂ ਦੱਸ ਦਿਓ ਕਿੰਨੇ ਮਹੀਨੇ ਕੀਤਾ? ਗੁਰਪੁਰਬ ਵਾਲੇ ਦਿਨ ਜਾ ਕੇ ਦੇਗਚੇ 'ਚ ਦੁੱਧ ਪਾਉਣਾ, ਇਹ ਸਾਡਾ ਧਰਮ ਕਰਮ ਹੈ। 18 ਸਾਲ ਮੁੜ ਕੇ ਖੇਤੀ ਕੀਤੀ ਹੈ। 18 ਤੇ 17 35 ਸਾਲ ਕਿਰਤ ਕੀਤੀ। ਜਿਸ ਗੁਰੂ ਨਾਨਕ ਨੇ 35 ਸਾਲ ਕੰਮ ਕੀਤਾ ਹੈ, ਅੱਜ ਬਦਕਿਸਮਤੀ ਮੇਰੀ ਕੌਮ ਦੀ ਕਿ ਹਰ ਬੰਦਾ ਕਹਿੰਦਾ ਜੀ ਵਿਹਲੇ ਰਹਿੰਦੇ ਆ। ਇਹ ਚੇਤਾ ਰੱਖਣਾ, ਤੂੰ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ ਜੇ ਤੂੰ ਵਿਹਲੜ ਹੈ। ਗੁਰੂ ਨਾਨਕ ਦਾ ਸਿੱਖ ਨਹੀਂ, ਕਿਸੇ ਜੋਗੀ ਦਾ ਚੇਲਾ ਤੇ ਹੋ ਸਕਦਾ ਤੂੰ। ਗੁਰੂ ਨਾਨਕ ਦਾ ਸਿੱਖ ਹੋਇਆ ਜਿਹੜਾ ਕਿਰਤ ਕਰਦਾ ਹੈ। ਤੁਹਾਡੇ ਗੁਰੂ ਨੇ ਕਿਰਤ ਕੀਤੀ ਹੈ ਔਰ ਕਰਕੇ ਤੁਹਾਨੂੰ ਦੱਸੀ ਹੈ। 17 ਸਾਲ ਮੋਦੀ ਖਾਨਾ ਚਲਾਇਆ। ਸਾਡੀ ਗਲਤੀ ਕੀ ਹੈ? ਬਾਬੇ ਨਾਨਕ ਨੇ ਜੀ 1 ਤੋਲਿਆ, 2 ਤੋਲੇ, 3 ਤੋਲੇ, 4, 5, 6, 7, 8, 9, 10, 11, 12, 13, ਫਿਰ 13, 13, 13, ਬਸ 17 ਸਾਲ ਪੂਰੇ ਕਰਤੇ। ਕਿੱਦਾਂ ਦੀ ਕੌਮ ਹੈ? 17 ਸਾਲ 13 13 ਹੀ ਤੋਲਤਾ, ਉਦੋਂ ਅੱਗੇ ਤੁਰੇ ਹੀ ਨਹੀਂ। 17 ਸਾਲ ਸੱਚੇ ਪਾਤਸ਼ਾਹ ਨੇ ਮੋਦੀ ਖਾਨਾ ਚਲਾਇਆ। ਬੜਾ ਲੰਬਾ ਸਮਾਂ ਸਤਿਗੁਰੂ ਆਪਣੇ ਪਰਿਵਾਰ ਵਿੱਚ ਰਹੇ ਨੇ। ਤੁਸੀਂ ਦੱਸਦੇ ਹੋ, ਅੱਜ ਤੁਸੀਂ ਲੜਕੀ ਵਿਆਹ ਕੇ ਲਿਆਉਨੇ ਹੋ, ਸਵੇਰੇ ਤੁਹਾਨੂੰ ਆਬੂ ਧਾਬੀ ਚੜੀ ਹੁੰਦੀ ਹੈ, ਉਹ ਤੁਹਾਡੇ ਭਾਗਾਂ ਨੂੰ ਇੱਥੇ ਰੋਈ ਜਾਂਦੀ ਹੈ, ਤੇ ਤੁਸੀਂ ਬਾਹਰ ਜਾ ਕੇ ਉੱਥੇ ਖੱਟਣ ਕਮਾਉਣ ਤੁਰੇ ਹੋ। ਤੇ ਗੱਲਾਂ ਤੁਸੀਂ ਉਸ ਬਾਬੇ ਨਾਨਕ ਨੂੰ ਕਰਦੇ ਹੋ ਜਿਹੜੇ 17 ਸਾਲ ਆਪਣੇ ਪਰਿਵਾਰ ਵਿੱਚ ਰਹੇ ਨੇ, ਜਿਨ੍ਹਾਂ ਨੇ 18 ਸਾਲ ਖੇਤੀ ਕੀਤੀ ਹੈ। ਤੁਸੀਂ ਰੋਜ਼ ਆ ਕੇ ਕਹਿੰਦੇ ਜੀ ਵਿਹਲੇ ਰਹਿੰਦੇ ਆ ਜੀ। ਕਿਹੜੇ ਮੂੰਹ ਨਾਲ ਕਹਿੰਦੇ? ਕਿਹੜੇ ਗੁਰੂ ਨੂੰ ਕਹਿੰਦੇ ਹੋ ਤੁਸੀਂ? ਉਸ ਗੁਰੂ ਨੂੰ ਕਹੋ ਜਿਹੜਾ ਸੁਆਹ ਮਲ ਕੇ ਕਿਤੇ ਬਾਹਰ ਪਿਆ ਹੋਵੇ ਹੱਡਾ ਰੋੜੀ 'ਚ। ਆਪਣੇ ਕਿਰਤੀ ਗੁਰੂ ਨੂੰ ਕਦੇ ਨਾ ਆ ਕੇ ਕਹਿਣਾ। ਤੁਹਾਡੇ ਗੁਰੂ ਦਾ ਪਹਿਲਾ ਹੁਕਮ ਹੈ ਕਿਰਤ ਕਰਨੀ, ਦੂਜਾ ਹੈ ਨਾਮ ਜਪਣਾ, ਤੀਜਾ ਹੈ ਵੰਡ ਛਕਣਾ। ਜਿਹੜਾ ਇਸ ਅਸੂਲਾਂ ਨੂੰ ਮੰਨੇਗਾ, ਸਾਰੀ ਦੁਨੀਆ ਤੁਹਾਡੇ ਮਗਰ ਤੁਰੇਗੀ। ਜਦੋਂ ਤੁਸੀਂ ਆਪਣੇ ਇਹ 3 ਸਿਧਾਂਤ ਲੈ ਕੇ ਚੱਲੋਗੇ, ਇੰਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ, ਆਪਣੀ ਗੋਦ ਵਿੱਚ ਬਿਠਾ ਕੇ 2 ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ। ਸਮੂਹ ਪ੍ਰਬੰਧਕ ਸੇਵਾਦਾਰਾਂ ਦਾ, ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜੋ ਸਮਾਂ ਵੰਡ ਕਰਦੇ ਆ ਆਪ ਜੀ ਦੇ ਦਰਸ਼ਨ ਕਰਵਾਉਂਦੇ ਨੇ। ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤਯਾਬੀ ਦੇਣ, ਆਪਣੇ ਦਰ ਘਰ ਦੀ ਸੇਵਾ ਲੈਣ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ 2 ਅੰਤਲੀਆਂ ਪੰਕਤੀਆਂ ਨੇ, ਉਸ ਦਾ ਪਾਠ ਸਰਵਣ ਕਰੀਏ। ਹਾਂਜੀ। ਜਹ ਜਹ ਪੇਕੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।